ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰਾਈਮ ਡਿਸਕਸ਼ਨ 'ਚ ਹਰ ਰੋਜ਼ ਪਨੂ ਸਾਹਿਬ ਨਾਲ ਆਪਾਂ ਜਿਹੜੀਆਂ ਇਸ ਵਕਤ ਦੀਆਂ ਕੋਈ ਦੁੱਖ ਦੀਆਂ ਗੱਲਾਂ ਹੁੰਦੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਵਕਤ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਸੰਘਰਸ਼ ਚੱਲਦੇ ਪਏ। ਇਹ ਮੈਂ ਬਹੁਤ ਤਰ੍ਹਾਂ ਦੇ ਇਸ ਕਰਕੇ ਕਹਿ ਰਿਹਾ ਕਿਉਂਕਿ ਸੰਘਰਸ਼ ਤਾਂ ਇੱਕ ਸੀ, ਪਰ ਪੋਲੀਟੀਕਲ ਪਾਰਟੀ ਨੇ ਕਈ ਤਰ੍ਹਾਂ ਦੇ ਬਣਾ ਲਏ। ਪਰ ਕੱਲ੍ਹ 25 ਤਰੀਕ ਫਿਰ ਇੱਕ ਹੈ ਜਿਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਾਲਾਂ ਫਿਰ ਨੇ, ਉਹਦੇ 'ਤੇ ਵੀ ਆਪਾਂ ਆਵਾਂਗੇ। ਫਿਰ ਇਸ ਤੋਂ ਇਲਾਵਾ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਸੀਗਾ ਜੀ, ਉਹ ਲਗਭਗ ਸਮੇਟ ਕੇ 8 ਦਿਨ ਪਹਿਲਾਂ ਹੀ ਕੱਟ ਵੱਢ ਕੇ ਅਤੇ ਉਹਨੂੰ ਪਾਸੇ ਕਰ ਦਿੱਤਾ। ਉੱਥੋਂ ਕੀ ਨਿਕਲਿਆ ਉਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਜਿਹੜੇ ਖੇਤੀ ਬਿੱਲਾਂ ਦਾ ਰੌਲਾ ਆਪਾਂ ਹੁਣ ਦੇਖਦੇ ਹਾਂ, ਇਹਦੇ ਨਾਲ ਰਿਲੇਟਡ ਹੁਣ ਕੁਝ ਵੀਡੀਓਜ਼ ਇਹੋ ਜਿਹੀਆਂ ਵੀ ਸਾਹਮਣੇ ਆ ਰਹੀਆਂ ਜਿਹਦੇ 'ਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਚੀਜ਼ ਹੁਣ ਭਾਜਪਾ ਕਰ ਰਹੀ ਉਹ ਪਹਿਲਾਂ ਕਾਂਗਰਸੀ ਕਰਦੇ ਸੀ, ਅਤੇ ਹੁਣ ਜਿਵੇਂ ਕਾਂਗਰਸੀ ਵਿਰੋਧ ਕਰਦੇ ਉਦੋਂ ਭਾਜਪਾ ਕਰਦੀ ਸੀ। ਉਹ ਵੀ ਕੁਝ ਗੱਲ ਜਿਹੜੀ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁਝ ਖਬਰਾਂ ਹੋਰ ਨੇ, ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪੰਜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹੁਣ ਸਰ ਮੈਂ ਜਿਹੜੀ ਚੀਜ਼ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਚਾਹੁੰਦਾ ਕਿ ਤੁਸੀਂ ਇੱਕ ਬੇਨਤੀ ਵੀ ਕਰਦੇ, ਕਿਉਂਕਿ ਕੱਲ੍ਹ ਦਾ ਦਿਨ ਜਿਹੜਾ ਪੰਜਾਬ ਦੇ ਵਿੱਚ ਉਹ ਕਈ ਤਰ੍ਹਾਂ ਦੇ ਜਿਹੜੇ ਅੰਦੋਲਨ ਆ ਜਾਂ ਕਈ ਤਰ੍ਹਾਂ ਦੇ ਸੰਘਰਸ਼ ਆ ਜਾਂ ਕਈ ਤਰ੍ਹਾਂ ਦੀਆਂ ਪੋਲੀਟੀਕਲ ਕਾਲਾਂ ਨੇ ਉਹਨਾਂ ਵਾਲਾ ਦਿਨ ਆ, ਜਿਹਦੇ 'ਚੋਂ ਕਿਸਾਨਾਂ ਦਾ ਸੰਘਰਸ਼ ਮੈਨੂੰ ਐਂ ਜਾਪਦਾ ਵੀ ਪਿੱਛੇ ਰਹਿ ਗਿਆ। ਅਤੇ ਹੁਣ ਕੋਈ ਝੰਡੀਆਂ ਵਾਲੇ ਟਰੈਕਟਰ ਅਕਾਲੀਆਂ ਦੇ ਆ ਜਾਂ ਕਾਂਗਰਸੀਆਂ ਦੇ ਆ ਜਾਂ ਆਪ ਵਾਲਿਆਂ ਦੇ ਆ ਜਾਂ ਕਿਸੇ ਹੋਰਨਾਂ ਦੇ ਆ। ਇਹ ਸਾਰੇ ਕੁਛ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਕੱਲ੍ਹ ਨੂੰ ਘੱਟੋ ਘੱਟ ਪੰਜਾਬ ਦੇ ਲੋਕ ਕੀ ਸਿਆਣਪ ਕਰ ਲੈਣ। ਇਹ ਜਿਹੜੇ ਝੰਡੀਆਂ ਵਾਲੇ ਪੀਰ ਤੁਰੇ ਫਿਰਦੇ ਆ ਜੀ, ਇਹ ਤੇ ਸਾਰੇ ਇੱਕੋ ਥਾਂ ਤੇ ਵੋਟਾਂ ਤੇ ਇਹਨਾਂ ਦੀ ਅੱਖ, ਆਪਣੀ ਆਪਣੀ ਰਾਜਨੀਤੀ ਇੱਕ ਦੀ ਦੂਸਰੇ ਨਾਲ ਬਣਦੀ ਨਹੀਂ ਜੀ, ਕਰਨ। ਕਾਂਗਰਸੀ ਕਹਿੰਦੇ ਆ ਕਿ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਲੜਾਂਗੇ, ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਜੀ, ਸੁਖਬੀਰ ਸਿੰਘ ਬਾਦਲ ਆਪੇ ਲੋਕਾਂ ਦੇ ਗੱਲ 'ਚ ਫਾਹ ਪਵਾ ਕੇ ਆਇਆ ਤੇ ਹੁਣ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਦੱਸਦਾ ਕਿ ਜਿਹੜੀਆਂ ਪ੍ਰਮੁੱਖ ਮੰਡੀਆਂ ਨੇ, ਪ੍ਰਿੰਸੀਪਲ ਮਾਰਕੀਟਸ ਨੇ ਜੀ, ਉਹਨਾਂ 'ਤੇ ਕੇਂਦਰ ਸਰਕਾਰ ਦਾ ਕਾਨੂੰਨ ਨਹੀਂ ਲਾਗੂ ਹੁੰਦਾ, ਤੁਸੀਂ ਸਾਰੇ ਪੰਜਾਬ ਨੂੰ ਪ੍ਰਿੰਸੀਪਲ ਮਾਰਕੀਟ ਡਿਕਲੇਅਰ ਕਰ ਦਿਓ। ਜੀ, ਉਹਦੇ 'ਚ ਗੁਰਪ੍ਰੀਤ ਸੰਧਾਵਾਲੀਆ ਦਾ ਘਰ ਵੀ ਪ੍ਰਿੰਸੀਪਲ ਮਾਰਕੀਟ ਹੋ ਜੂ ਅਤੇ ਮੇਰਾ ਘਰ ਵੀ ਮਾਰਕੀਟ ਹੋ ਜੂ। ਜੀ, ਇਹ ਜਿਹੜੇ ਫਾਰਮੂਲੇ ਹੁਣ ਦੱਸਣ ਡਏ ਹੋ, ਇਹ ਫਾਰਮੂਲੇ ਪਹਿਲਾਂ ਸੋਚ ਲੈਣੇ ਸੀ। ਆਮ ਆਦਮੀ ਪਾਰਟੀ ਉਹਨਾਂ ਨੇ ਆਖਿਆ ਜੀ ਗ੍ਰਾਮ ਸਭਾ ਹੋਣੀਆਂ ਚਾਹੀਦੀਆਂ ਨੇ, ਹਰ ਪਿੰਡ ਦੇ ਗ੍ਰਾਮ ਸਭਾ ਹੁੰਦੀ ਹੈ ਕਿ ਪਿੰਡ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਵੇ, ਜੀ, ਤੁਸੀਂ ਆਓ ਸ਼ਾਮਲ ਹੋ। ਜਿੱਦਾਂ ਪਾਰਲੀਮੈਂਟ ਦਾ ਇਜਲਾਸ ਹੁੰਦਾ, ਸਾਰੇ ਪਿੰਡ ਨੂੰ ਪਾਰਲੀਮੈਂਟ ਸਮਝ ਕੇ ਉੱਥੇ ਵਿਚਾਰਾਂ ਕੀਤੀਆਂ ਜਾਣ ਤੇ ਮਤੇ ਪਾਸ ਕੀਤੇ ਜਾਣ। ਉਹ ਕਹਿੰਦੇ ਜੀ ਇੱਥੋਂ ਮਤੇ ਪਾਸ ਕਰਕੇ ਘੱਲੋ, ਕੁਝ ਨਾ ਕੁਝ ਅਸਰ ਪਵੇਗਾ। ਜੀ, ਜੇ ਗ੍ਰਾਮ ਸਭਾ ਕੋਈ ਮਤਾ ਕਰ ਦੇਵੇ ਤੇ ਉਸ ਮਤੇ ਦੇ ਖਿਲਾਫ ਪਿੰਡ ਵਿੱਚ ਕੋਈ ਕੰਮ ਹੋ ਨਹੀਂ ਸਕਦਾ। ਇਹ ਸਾਰੇ ਜਣੇ ਕਹਿੰਦੇ ਆ। ਅੱਗੇ ਹੁੰਦਾ ਸੀ 100 ਸਿਆਣੇ ਇੱਕੋ ਮਤ, ਹੁਣ ਇਹ ਆ 100 ਸਿਆਣੇ ਇੱਕ ਮਤ ਨਹੀਂ, 100 ਸਿਆਣੇ 150 ਮਤਾਂ ਨੇ ਜੀ, ਪਰ ਇਹਨਾਂ ਸਾਰਿਆਂ ਨੂੰ ਹਕੀਕਤਾਂ ਦੀ ਜਾਣਕਾਰੀ ਨਹੀਂ। ਜੀ, ਅਜੇ 15 ਦਿਨ ਪਹਿਲਾਂ ਜਦੋਂ ਪਾਰਲੀਮੈਂਟ ਬਹਿੰਦੀ ਫਿਰਦੀ ਸੀ, ਜਦੋਂ ਇਹ ਆਪੋ ਵਿੱਚ ਇੱਕ ਦੂਸਰੇ ਵੱਲ ਵਿੰਗਾ ਟੇਢਾ ਵੇਖਦੇ ਸੀ, ਉਦੋਂ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਵਰਡਿਕਟ ਹੋਰ ਆ ਗਿਆ ਕਿ ਕੇਂਦਰ ਸਰਕਾਰ ਜਿਹੜਾ ਫੈਸਲਾ ਕਰੇ ਉਹ ਰਾਜਾਂ ਉੱਤੇ ਲਾਗੂ ਹੋਵੇਗਾ ਜੀ, ਤੇ ਕੋਈ ਰਾਜ ਉਸ ਫੈਸਲੇ ਦੇ ਖਿਲਾਫ ਨਹੀਂ ਚੱਲ ਸਕਦਾ। ਹੂੰ, ਇਹਨਾਂ ਨੇ ਉਹ ਪੜ੍ਹ ਕੇ ਵੇਖਿਆ ਕਿਸੇ ਨੇ ਜੀ, ਕਿ ਕਾਂਗਰਸੀਆਂ ਨੇ ਪੜ੍ਹ ਲਿਆ, ਕਿ ਅਕਾਲੀਆਂ ਨੇ ਪੜ੍ਹ ਲਿਆ, ਕਿ ਆਮ ਆਦਮੀ ਪਾਰਟੀ ਨੇ ਪੜ੍ਹ ਲਿਆ? ਭਾਜਪਾ ਵਾਲਿਆਂ ਨੂੰ ਤਾਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਉਹਨਾਂ ਦੀਆਂ ਤਾਂ ਸਾਰੀਆਂ ਜਮਾਤਾਂ ਇੱਕੋ ਹੀ ਬੰਦਾ ਪੜ੍ਹਿਆ, ਨਰਿੰਦਰ ਮੋਦੀ, ਜੀ, ਔਰ ਉਹਨੇ ਸਾਰੇ ਦੇਸ਼ ਨੂੰ ਪੜ੍ਹਨੇ ਪਾਇਆ ਪਿਆ। ਹੂੰ, ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ। ਪਰ ਇਹ ਜਿਹੜੇ ਵਿਰੋਧ ਕਰਨ ਵਾਲੇ ਆ, ਇਹਨਾਂ ਨੂੰ ਪੜ੍ਹਨਾ ਚਾਹੀਦਾ ਸੀ ਜੀ, ਕਿ ਕੇਂਦਰ ਸਰਕਾਰ ਦਾ ਇੱਕ ਫੈਸਲਾ ਆ ਵੀ ਆਇਆ। ਇੱਥੇ ਪਤਾ ਕਿਹਨੂੰ ਆ? ਤੁਹਾਨੂੰ ਪਤਾ 2 ਸਾਲ ਪਹਿਲਾਂ, 1 ਸਾਲ ਪਹਿਲਾਂ ਇੱਕ ਫੈਸਲਾ ਆਇਆ ਸੀ ਸੁਪਰੀਮ ਕੋਰਟ ਤੋਂ ਕਿ 12 ਸਾਲ ਤੱਕ ਜਿਹਦਾ ਕਬਜ਼ਾ ਰਹਿ ਜੇ ਉਹ ਮਾਲਕ ਬਣ ਜੂਗਾ। ਹਾਂਜੀ, ਤੇ NRIs ਦੇ ਜ਼ਮੀਨਾਂ ਦੇ ਵਾਸਤੇ ਤਾਂ ਬਹੁਤ ਉਹ ਮਾਰੂ ਫੈਸਲਾ ਸੀ, ਤੇ ਆਪਾਂ ਹੀ ਦੋਵਾਂ ਪ੍ਰੋਗਰਾਮ ਕੀਤਾ ਸੀ। ਜੀ, 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 ਉਸ ਪ੍ਰੋਗਰਾਮ ਦਾ ਸਾਰੀ ਦੁਨੀਆ 'ਚ ਰੌਲਾ ਪੈ ਗਿਆ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ, ਉਹਨੇ ਐਡਵੋਕੇਟ ਜਨਰਲ ਨੂੰ ਪੁੱਛਿਆ, NRIs ਨੇ ਵੀ ਫੋਨ ਕਰ ਕਰਕੇ ਕਾਨੂੰਨੀ ਦਫ਼ਤਰ ਨੂੰ ਪੁੱਛਿਆ। ਤੇ ਫਿਰ ਮੈਂ ਦੂਰਦਰਸ਼ਨ ਬੈਠਾ ਸੀ ਤੇ ਐਡਵੋਕੇਟ ਜਨਰਲ ਦਾ ਫੋਨ ਆ ਗਿਆ, ਜਤਿੰਦਰ ਪੰਨੂ ਬੋਲਦੇ? ਮੈਂ ਕਿਹਾ ਜੀ ਬੋਲਦਾ ਤੇ ਮੈਂ ਹੀ ਹਾਂ, ਮੈਂ ਅਤੁਲ ਨੰਦਾ ਬੋਲਦਾ, ਪੰਜਾਬ ਦਾ ਐਡਵੋਕੇਟ ਜਨਰਲ। ਮੈਂ ਕਿਹਾ ਜੀ ਮੈਨੂੰ ਪਤਾ ਹੁੰਦਾ ਮੈਂ ਟੈਲੀਫੋਨ ਨੂੰ ਧੂਫ ਹੀ ਦੇ ਲੈਂਦਾ, ਐਡਾ ਵੱਡਾ ਬੰਦਾ ਬੋਲਣ ਲੱਗਾ ਮੇਰੇ ਨਾਲ, ਦੱਸੋ ਕੀ ਗੱਲ ਹੈ? ਆਖਿਰ ਤੁਸੀਂ ਆਹ ਕੀ ਕਹਿਤਾ ਕਿ 12 ਸਾਲ ਕਬਜ਼ਾ ਰਹਿ ਗਿਆ ਤੇ ਉਹ ਕਬਜ਼ਾ ਨਹੀਂ ਟੁੱਟ ਸਕਦਾ? ਇਹ ਸੁਪਰੀਮ ਕੋਰਟ ਨੇ ਤਾਂ ਇੱਦਾਂ ਦਾ ਫੈਸਲਾ ਕੋਈ ਕੀਤਾ ਨਹੀਂ। ਮੈਂ ਕਿਹਾ ਜੀ ਮੇਰੀ ਜਾਣਕਾਰੀ ਤੇ ਕਹਿੰਦੀ ਹੈ ਕੀਤੇ ਨੂੰ ਮਹੀਨਾ ਹੋ ਗਿਆ, ਔਰ ਇੱਕ ਵਾਰ ਨਹੀਂ 2 ਵਾਰ ਕੀਤਾ। ਪਹਿਲਾਂ 7 ਤਰੀਕ ਨੂੰ ਕੀਤਾ, ਫਿਰ 9 ਤਰੀਕ ਨੂੰ ਕੀਤਾ। ਕਹਿੰਦਾ ਮੈਨੂੰ ਤਾਂ ਇਹਦਾ ਪਤਾ ਨਹੀਂ। ਮੈਂ ਕਿਹਾ ਜੀ ਹੁਣ ਜੇ ਤੁਹਾਨੂੰ ਪਤਾ ਨਹੀਂ ਤੇ ਮੈਂ ਤਾਂ ਅਖਬਾਰਾਂ ਛਾਪਣ ਵਾਲਾ ਬੰਦਾ, ਅਖਬਾਰਾਂ ਨੂੰ ਲੋਕਾਂ ਨੂੰ ਘਰ ਘਰ ਜਾ ਕੇ ਪੜ੍ਹਨ ਵਾਲਾ ਤੇ ਨਹੀਂ, ਪੜ੍ਹਾਉਣ ਵਾਲਾ ਤਾਂ ਨਹੀਂ ਕਿ ਆ ਵੀ ਪੜ੍ਹ ਕੇ ਵੇਖੀ।
ਜੀ ਤੁਸੀਂ ਵੇਖੋ ਇਹ ਕਿਹੜੇ ਜੱਜ ਨੇ ਫੈਸਲਾ, ਮੈਂ ਜੱਜਾਂ ਦੇ ਨਾਂ ਦੱਸੇ, ਫਿਰ ਮੈਨੂੰ ਫੋਨ ਤੇ ਸੁਣਦਾ ਸੀ, ਉਹਨੇ ਆਪਣੇ ਆਪਰੇਟਰ ਨੂੰ ਆਖਿਆ ਕੱਢੀਆਂ ਫੈਸਲਾ ਨੰਬਰ ਫਲਾਨਾ, ਉਹ ਦੱਸਦੇ ਆ ਇਹ ਵੇਖ ਫਲਾਣੇ ਜੱਜਾਂ ਨੇ ਦਿੱਤਾ। ਫਿਰ ਕਹਿੰਦਾ ਪੰਨੂ ਸਾਹਿਬ ਲੱਭ, ਜੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪਤਾ ਨਹੀਂ, ਸਰਕਾਰੀ ਦਫ਼ਤਰਾਂ 'ਚ ਪਤਾ ਨਹੀਂ, ਜੀ ਤੇ ਇੱਥੇ ਬੈਠੇ ਅਸੀਂ ਕੀ ਕਰ ਸਕਦੇ ਹਾਂ? ਹੁਣ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਇਹ ਲੜਾਈ ਕਿਸਾਨਾਂ ਦੀ ਆ ਜੀ। ਕਿਸਾਨ ਆਪਣੇ ਤੌਰ ਦੇ ਉੱਤੇ ਇਸ ਵੇਲੇ ਇਸ ਕਰਕੇ ਲੜਦੇ ਪਏ ਆ ਕਿ ਜੇ ਅੱਜ ਨਾ ਲੜੇ ਤੇ ਫਿਰ ਸਾਡੇ ਪੱਲੇ ਕੱਖ ਨਹੀਂ ਰਹਿ ਜਾਣਾ। ਕਿਸਾਨ ਦੇ ਪੁੱਤ ਧੀਆਂ ਭੁੱਖੇ ਮਰਨਗੇ ਜੇ ਅੱਜ ਇਹ ਲੜਾਈ ਹਾਰ ਗਏ ਤਾਂ। ਕਿਸਾਨ ਦੀ ਜ਼ਮੀਨ ਉਹਦੀ ਨਹੀਂ ਰਹਿਣੀ ਜੀ, ਕਿਸਾਨ ਦੀ ਫਸਲ ਉਹਦੀ ਨਹੀਂ ਰਹਿਣੀ, ਕਿਸਾਨ ਦੀ ਮਰਜ਼ੀ ਵੀ ਉਹਦੀ ਨਹੀਂ ਰਹਿਣੀ। ਬਿਲਕੁਲ ਸਹੀ। ਕਿ ਕਿਹੜੀ ਫਸਲ ਸਾਹਮਣੇ ਪਈ ਆ, ਇਹ 'ਚੋਂ ਕਿਹੜੇ ਦਾਣੇ ਵੇਚਣੇ, ਕਿਹੜੇ ਰੱਖਣੇ ਆ, ਇਹ ਗ੍ਰੇਡਿੰਗ ਵੀ ਬਗਾਨਿਆਂ ਨੇ ਆ ਕੇ ਕਰਨੀ ਹੈ। ਹਰ ਕੰਮ ਉਹਨਾਂ ਦੇ ਹੱਥ 'ਚ ਆ ਜਾਣਾ। ਕਿਸਾਨ ਦੇ ਪੱਲੇ ਤੇ ਰਹਿ ਹੀ ਕੱਖ ਨਹੀਂ ਜਾਣਾ। ਜੀ ਜੀ। ਇਸ ਕਰਕੇ ਲੜਾਈ ਕਿਸਾਨ ਲੜ ਰਿਹਾ। ਸੜਕਾਂ ਤੇ ਕਿਸਾਨ ਬੈਠਾ, ਰੇਲਾਂ ਤੇ ਕਿਸਾਨ ਬੈਠਾ। ਉਸ ਕਿਸਾਨ ਦੀ ਐਜੀਟੇਸ਼ਨ ਦੀ ਧੁੰਮ ਇਸ ਵੇਲੇ ਦਿੱਲੀ ਤੱਕ ਇੰਨੀ ਹੈ ਕਿ ਕੱਲ੍ਹ ਸ਼ਾਮ ਤੋਂ, ਜਿਹੜਾ ਕੱਲ੍ਹ ਲੰਘ ਗਿਆ ਜੀ, ਉਦੋਂ ਤੋਂ ਅੰਬਾਲਾ ਡਿਵੀਜ਼ਨ ਤੇ ਫਿਰੋਜ਼ਪੁਰ ਡਿਵੀਜ਼ਨ, ਦੋਵਾਂ ਡਿਵੀਜ਼ਨਾਂ ਦੀ ਟੋਟਲ ਜਿੰਨੀ ਰੇਲਵੇ ਸਰਵਿਸ ਹੈ ਉਹ ਬੰਦ ਕਰ ਦਿੱਤੀ ਗਈ ਜੀ। ਅੱਧੇ ਤੋਂ ਜ਼ਿਆਦਾ ਪੰਜਾਬ ਤੇ ਜੰਮੂ ਕਸ਼ਮੀਰ ਫਿਰੋਜ਼ਪੁਰ ਡਿਵੀਜ਼ਨ 'ਚ ਆਉਂਦਾ, ਤੇ ਬਾਕੀ ਦਾ ਥੋੜ੍ਹਾ ਜਿਹਾ ਹਿੱਸਾ ਅੰਬਾਲਾ ਡਿਵੀਜ਼ਨ 'ਚ, ਤੇ ਅੰਬਾਲਾ ਡਿਵੀਜ਼ਨ ਦੇ ਕੋਲ ਅੱਧੇ ਤੋਂ ਵੱਧ ਹਰਿਆਣਾ ਵੀ ਆ। ਐਜੀਟੇਸ਼ਨ ਤੇ ਹਰਿਆਣਾ 'ਚ ਵੀ ਚੱਲਦੀ ਪਈ ਹੈ। ਜੀ ਜੀ। ਯਾਨੀ ਦਿੱਲੀ ਤੋਂ ਉਰੇ ਸਾਰੀ ਦੀ ਸਾਰੀ ਰੇਲਵੇ ਬੰਦ ਕਰਨੀ ਪੈ ਗਈ ਹੈ ਕਿਸਾਨਾਂ ਦੀ ਐਜੀਟੇਸ਼ਨ ਕਰਕੇ। ਇਹਦਾ ਕ੍ਰੈਡਿਟ ਕਿਸਾਨਾਂ ਨੂੰ ਦੇਣਾ ਚਾਹੀਦਾ ਕਿ ਲੜਾਈ ਉਹ ਲੜ ਰਿਹਾ। ਇਹਨਾਂ ਦੇ ਵਿੱਚੋਂ ਵੀ ਕਿਸਾਨ ਯੂਨੀਅਨਾਂ ਨੇ, ਕੋਈ ਕਿਸਾਨ ਯੂਨੀਅਨ ਏਕਤਾ ਲੜਦੀ ਪਈ ਹੈ ਜੀ, ਕੋਈ ਕਿਸਾਨ ਯੂਨੀਅਨ ਉਗਰਾਹਾਂ ਲੜਦੀ ਪਈ ਹੈ, ਹੋਰ ਵੀ 2-3 ਕਿਸਾਨ ਯੂਨੀਅਨਾਂ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਉਹ ਲੜਦੀਆਂ ਪਈਆਂ ਨੇ ਸਾਰੀਆਂ। ਭਾਰਤੀ ਕਿਸਾਨ ਯੂਨੀਅਨ ਰਾਜੋਵਾਲ, ਬਲਬੀਰ ਸਿੰਘ ਰਾਜੋਵਾਲ, ਉਹ ਉਹਨਾਂ ਦੀ ਯੂਨੀਅਨ ਲੜਦੀ ਪਈ ਹੈ। ਬਲਬੀਰ ਸਿੰਘ ਰਾਜੋਵਾਲ ਮੈਦਾਨ 'ਚ ਜੀ। ਆ ਲੱਖੋਵਾਲ ਵਾਲਾ ਧੜਾ ਪਹਿਲਾਂ, ਕਿਉਂਕਿ ਅਕਾਲੀਆਂ ਦੇ ਨਾਲ ਸਾਂਝ ਹੈ, ਅਕਾਲੀਆਂ ਨੇ ਆਖਿਆ ਸੀ ਲੜੀ ਮੋਦੀ ਨਾਲ ਸਾਂਝ ਹੈ, ਉਹ ਨਹੀਂ ਮੈਦਾਨ 'ਚ ਆਏ, ਇਹ ਵੀ ਨਹੀਂ ਆਇਆ। ਜਦੋਂ ਅਕਾਲੀ ਆ ਗਏ, ਹੁਣ ਇਹਨੇ ਵੀ 3-4 ਬਿਆਨ ਦੇ ਦਿੱਤੇ, ਪਰ ਚਲੋ ਆ ਗਏ ਆ। ਡਰ ਇਸ ਗੱਲ ਦਾ ਕਿ ਕਿਸਾਨਾਂ ਦੇ ਨਾਲ ਬਹਿਣਗੇ, ਕਿ ਕਿਸਾਨਾਂ ਦੇ ਜੜੀ ਬਹਿਣਗੇ। ਇਹ ਵੀ ਤੇ ਹੈਗਾ ਨਾ ਕਿ ਅੰਦਰੋਂ ਨਾਲ ਇਹਨਾਂ ਦੇ ਰਹਿਣਗੇ। ਜੇ ਅਜੇ ਤੱਕ ਕੌਣ ਕਿੱਧਰ ਜਾਂਦਾ ਕੋਈ ਪਤਾ ਹੀ ਨਹੀਂ। ਸੋ ਇਹ ਸਥਿਤੀਆਂ ਜਿਹੜੀਆਂ ਨੇ, ਇਹਨਾਂ ਦੇ ਵਿੱਚ ਭਲਕ ਦਾ ਦਿਨ 25 ਤਰੀਕ ਦਾ ਦਿਨ ਬਹੁਤ ਨਾਜ਼ੁਕ ਹੈ। ਆਮ ਤੌਰ ਤੇ ਕਿਸਾਨਾਂ ਦੇ ਐਜੀਟੇਸ਼ਨਾਂ ਦਾ ਸਭ ਤੋਂ ਵੱਡਾ ਕੇਂਦਰ 25 ਸਤੰਬਰ ਨੂੰ ਰੱਖਿਆ, ਪਰ ਇੱਕ ਪਾਰਟੀ ਕਹਿੰਦੀ ਹੈ ਜੀ ਅਸੀਂ 25 ਤਰੀਕ ਨੂੰ ਸੜਕਾਂ ਜਾਮ ਕਰਨੀਆਂ। ਜਦੋਂ ਪੈਪਸੂੜਾ ਨੇ ਆਖਿਆ ਅਸੀਂ 25 ਤਰੀਕ ਨੂੰ ਬੱਸਾਂ ਨਹੀਂ ਚਲਾਉਣੀਆਂ, ਰੋਡਵੇਜ਼ ਨੇ ਆਖਿਆ ਅਸੀਂ 25 ਤਰੀਕ ਨੂੰ ਬੱਸਾਂ ਨਹੀਂ ਚਲਾਉਣੀਆਂ, ਪ੍ਰਾਈਵੇਟ ਕੰਪਨੀਆਂ ਕਹਿੰਦੀਆਂ ਅਸੀਂ 25 ਤਰੀਕ ਨੂੰ ਬੱਸਾਂ ਨਹੀਂ ਚਲਾਉਣੀਆਂ, ਰੇਲ ਗੱਡੀਆਂ ਰੇਲਵੇ ਦੋਵੇਂ ਡਿਵੀਜ਼ਨਾਂ ਨੇ ਕਹਿਤਾ ਅਸੀਂ 25 ਨੂੰ ਰੇਲਾਂ ਨਹੀਂ ਚਲਾਉਣੀਆਂ, ਤੇ ਸੜਕਾਂ ਇਹਨਾਂ ਨੇ ਕਿਹਦੀਆਂ ਜਾਮ ਕਰਨੀਆਂ? ਉਹਦੀ ਵੈਸੇ ਜਾਮ ਹੋਣੀ। ਉਹ ਜਾਮ ਸੜਕਾਂ ਦੇ ਉੱਤੇ ਜਾ ਕੇ ਚਾਕ ਨਾਲ ਲਿਖ ਦਿਓ ਅਸੀਂ ਜਾਮ ਕੀਤੀਆਂ ਨੇ, ਜਾਂ ਕਹਿੰਦੇ ਜੀ ਅਸੀਂ ਜੇਲ੍ਹ ਭਰੋ ਚਲਾਵਾਂਗੇ। ਇਹ ਜੇਲ੍ਹ ਭਰੋ ਦੇ ਨਾਂ ਤੇ ਐਜੀਟੇਸ਼ਨ ਨੂੰ ਡੀਰੇਲ ਨਹੀਂ ਕਰਨਾ ਚਾਹੀਦਾ। ਜਿੱਦਾਂ ਕਿਸਾਨ ਲੜਦਾ, ਉਸ ਕਿਸਾਨ ਦਾ ਜਿਹਨੇ ਸਾਥ ਦੇਣਾ ਦਿਓ। ਕਿਸਾਨ ਦੇ ਵਾਸਤੇ ਇਹ ਜ਼ਿੰਦਗੀ ਮੌਤ ਦੀ ਲੜਾਈ ਆ, ਅਗਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਲੜਾਈ ਆ। ਇਸ ਕਰਕੇ ਉਹ ਜੋ ਲੜਦਾ ਉਹਦਾ ਜਿਹਨੇ ਸਾਥ ਦੇਣਾ ਦਿਓ। ਬਾਕੀ ਸਿਆਸੀ ਤਿਗੜਮਾ ਜਿਹੜਾ ਤੁਸੀਂ ਆਖਿਆ ਝੰਡੀਆਂ ਵਾਲੇ ਤੁਰੇ ਫਿਰਦੇ, ਇਹ ਝੰਡੀਆਂ ਵਾਲੇ ਪੀਰ ਥੋੜ੍ਹਾ ਜਿਹਾ ਆਸੇ ਪਾਸੇ ਰਹਿਣ ਤੇ ਜ਼ਿਆਦਾ ਚੰਗਾ। ਤੇ ਮੇਰਾ ਖਿਆਲ ਕਿਸਾਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਤੋਂ ਅਵੇਅਰ ਰਹਿਣ ਦੀ ਲੋੜ ਹੈ, ਕਿਉਂਕਿ ਜਿਹੜੇ ਬੰਦੇ ਉਹਨਾਂ ਦੇ ਨਾਲ ਤੁਰੇ ਫਿਰਦੇ ਉਹ ਵੀ ਤੇ ਪਿੰਡਾਂ ਚੋਂ ਹੀ ਆ। ਸਪੋਰਟਰ ਤਾਂ ਉਹ ਕਿਸਾਨਾਂ ਨੇ ਅਜੇ ਤੱਕ ਜਿਹੜਾ ਸਟੈਂਡ ਲਿਆ ਉਹ ਠੀਕ ਆ ਜੀ, ਵੀ ਅਸੀਂ ਕਿਸੇ ਨੂੰ ਲੀਡਰ ਨਹੀਂ ਬਣਾਉਣਾ। ਕੋਈ ਆਉਂਦਾ ਆ ਕੇ ਭੀੜ 'ਚ ਪਿੱਛੇ ਬਹਿ ਜਾਂਦਾ ਬਹਿ ਜੇ ਜੀ, ਅਗਲੇ ਪਾਸੇ ਬੋਲ ਨਾ ਦੇਣ, ਕਹਿੰਦੇ ਜੀ ਲੜਾਈ ਸਾਡੀ ਹੈ, ਲੜਾਂਗੇ ਅਸੀਂ, ਤੁਸੀਂ ਆਏ ਆ ਜੀ, ਸਦਕੇ ਬੈਠੋ, ਇੰਨੀ ਸੰਗਤ ਬੈਠੀ ਹੈ, ਸੰਗਤ ਦੇ ਨਾਲ ਤੁਸੀਂ ਵੀ ਬੈਠ ਜਾਓ। ਅੱਛਾ ਪੰਨ ਸਾਹਿਬ, ਇੱਕ ਚੀਜ਼ ਇਹ ਦੱਸੋ ਕਿ ਵੀ ਜਿੱਦਾਂ ਹੁਣ ਅੱਜ ਦੇ ਖੇਤੀ ਬਿੱਲਾਂ ਦੇ ਉੱਪਰ ਇੰਨੀ ਵੱਡੀ ਐਜੀਟੇਸ਼ਨ ਹੈ, ਤਾਂ ਇਸ ਮੌਕੇ 'ਤੇ 2 ਤਰ੍ਹਾਂ ਦੀਆਂ ਵੀਡੀਓਜ਼ ਇਸ ਵਕਤ ਸੋਸ਼ਲ ਮੀਡੀਆ 'ਤੇ ਵਾਇਰਲ ਨੇ। ਇੱਕ ਤਾਂ ਉਹ ਵੀਡੀਓਜ਼ ਨੇ ਜਿਹਦੇ ਵਿੱਚ ਭਾਜਪਾ ਦੇ ਹੋਣ ਵਾਲੇ ਲੀਡਰ ਕਹਿ ਰਹੇ ਕਿ ਜੀ ਇਹ ਬਹੁਤ ਵਧੀਆ ਫੈਸਲਾ ਅਤੇ ਬਹੁਤ ਹੀ ਕਮਾਲ ਕਰ ਦਿੱਤਾ ਮੋਦੀ ਸਾਹਿਬ ਨੇ। ਦੂਸਰੀ ਵੀਡੀਓ ਜਿਹਦੇ ਵਿੱਚ ਭਾਜਪਾ ਦੀ ਸਵਰਗੀ ਮੰਤਰੀ ਸੁਸ਼ਮਾ ਸਵਰਾਜ ਹੋ ਰਹੀਆਂ, ਉਹ ਜਦੋਂ ਕਾਂਗਰਸ ਪਾਰਟੀ ਇਹੋ ਜਿਹਾ ਕੁਛ ਲਿਆਉਣ ਲੱਗੀ ਸੀ ਤਾਂ ਉਹਦਾ ਵਿਰੋਧ ਕਰਦੇ ਪਏ, ਜਿਹਦੇ 'ਚ ਉਹਨਾਂ ਨੇ ਬੜੇ ਦਲੀਲਾਂ ਦੇ ਨਾਲ ਦੱਸਿਆ ਕਿ ਆਹ ਕੁਛ ਜੇ ਤੁਸੀਂ ਕੀਤਾ ਤਾਂ ਕਿਸਾਨ ਦੇ ਨਾਲ ਆਹ ਕੁਝ ਹੋਊਗਾ। ਇਹ ਹੁਣ ਜਦੋਂ ਬੰਦਾ ਦੋਵੇਂ ਵੀਡੀਓਜ਼ ਦੇਖਦਾ ਤਾਂ ਉਹ ਬੰਦਾ ਸੋਚਦਾ ਵੀ ਯਾਰ ਜਿਹੜੀ ਪਾਰਟੀ ਕੋਲੇ ਕੁਰਸੀ ਹੁੰਦੀ ਆ ਉਹਨੂੰ ਸਾਰਾ ਕੁਛ ਸਹੀ ਦੀਦਾ, ਜਿੱਦਾਂ ਹਰੀਆਂ ਐਨਕਾਂ ਲਾ ਕੇ ਸਾਰਾ ਕੁਛ ਹਰਾ ਹਰਾ ਦੀਦਾ, ਜਿਹੜੀ ਵਿਰੋਧ 'ਚ ਹੁੰਦੀ ਆ ਉਹਨੂੰ ਸਾਰਾ ਕੁਛ ਵਿਰੋਧ 'ਚ ਦੇਖਣ ਲੱਗ ਪੈਂਦਾ। ਤਾਂ ਮਤਲਬ ਜਿਹੜਾ ਬੰਦਾ ਸੜਕ 'ਤੇ ਬੈਠਾ ਇਸ ਵੇਲੇ ਕਿਸਾਨ ਆ, ਉਹ ਤਾਂ ਕਨਫਿਊਜ਼ ਹੋ ਗਿਆ ਨਾ ਵੀ ਸੱਚਾ ਕੌਣ ਹੈ। ਦੇਖੋ, ਮੈਂ 2 ਮਿਸਾਲਾਂ ਦੇਣੀਆਂ ਚਾਹੁੰਦਾ। ਇੱਕ ਤਾਂ ਇਹ ਕਿ ਬੀਬੀ ਸੁਸ਼ਮਾ ਸਵਰਾਜ ਜਦੋਂ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਲੀਡਰ ਹੁੰਦੀ ਸੀ ਜੀ, ਬੰਗਲਾਦੇਸ਼ ਨਾਲ ਭਾਰਤ ਦੇ ਸਮਝੌਤੇ ਦਾ ਖਰੜਾ ਪੇਸ਼ ਹੋਇਆ ਜੀ,
ਤੇ ਉਹਨੇ ਆਖਿਆ ਜੀ ਇਹ ਸਮਝੌਤਾ ਬਹੁਤ ਮਾੜਾ, ਭਾਰਤ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ। ਅੱਧਾ ਘੰਟਾ ਤੇ ਬੋਲਦੀ ਰਹੀ ਜੀ। ਫਿਰ ਵਾਜਪਾਈ ਸਰਕਾਰ ਆ ਗਈ ਤੇ ਬੀਬੀ ਵਿਦੇਸ਼ ਮੰਤਰੀ ਬਣ ਗਈ। ਉਹ ਸਮਝੌਤਾ ਲਿਆ ਕੇ ਉਹਨੇ ਪਾਰਲੀਮੈਂਟ 'ਚ ਪੇਸ਼ ਕਰਤਾ। ਕਾਂਗਰਸੀਆਂ ਨੇ ਰੌਲਾ ਪਾਇਆ ਸਾਨੂੰ ਪੜ੍ਹ ਤਾਂ ਲੈਣ ਦਿਓ, ਧੱਕੇ ਨਾਲ ਕਿਉਂ ਪਾਸ ਕਰਾਉਂਦੇ ਜੇ? ਕਹਿੰਦੀ ਪੜ੍ਹਨ ਦੀ ਕੀ ਲੋੜ ਹੈ, ਜਿਹੜਾ ਤੁਸਾਂ ਸਮਝੌਤਾ ਲਿਆਂਦਾ ਸੀ ਕੌਮਾਂ ਤੇ ਬਿੰਦੀ ਬਦਲੇ ਬਗੈਰ ਇੰਨ ਬਿੰਨ ਉਹ ਹੈ। ਤੇ ਇੱਕ ਕਾਂਗਰਸੀ ਲੀਡਰ ਨੇ ਆਖਿਆ ਜੇ ਇੰਨ ਬਿੰਨ ਉਹ ਸੀ ਤੇ ਸਾਡੇ ਵੇਲੇ ਪਾਸ ਹੁੰਦਿਆਂ ਬੁਰਾ ਲੱਗਦਾ ਸੀ। ਉਦੋਂ ਬੀਬੀ ਜੀ ਤੁਸਾਂ ਹੀ ਇਹਦਾ ਵਿਰੋਧ ਕੀਤਾ ਸੀ, ਜੇ ਇਹ ਬਿੱਲ ਇੰਨਾ ਮਾੜਾ ਸੀ, ਜੇ ਸਮਝੌਤਾ ਇੰਨਾ ਮਾੜਾ ਸੀ ਤੇ ਸੁਸ਼ਮਾ ਸਵਰਾਜ ਜੀ ਤੁਸੀਂ ਉਹਦਾ ਵਿਰੋਧ ਉਦੋਂ ਕਿਉਂ ਕੀਤਾ ਸੀ? ਤੇ ਬੀਬੀ ਚੁੱਪ ਕਰ ਗਈ, ਉਹਨੂੰ ਜਵਾਬ ਨਹੀਂ ਸੋਚਦਾ। ਸੱਚੀ ਗੱਲ ਇਹ ਹੈ ਕਿ ਮਨਮੋਹਨ ਸਿੰਘ ਵਾਲਾ ਹੀ ਜਿਹੜਾ ਸਮਝੌਤਾ ਇਹ ਵਿਰੋਧ ਕਰਦੀ ਰਹੀ ਸੀ, ਉਹੀ ਸਮਝੌਤਾ ਲਿਆ ਕੇ ਆਪ ਪੇਸ਼ ਕਰਤਾ। ਦੂਜੀ ਮਿਸਾਲ ਗੁਰਦਾਸਪੁਰ ਜ਼ਿਲ੍ਹੇ ਦੀ ਹੈ। ਅਕਾਲੀ ਸਰਕਾਰ ਸੀ, ਬਟਾਲੇ ਦੇ ਵਿੱਚ ਇੱਕ ਅਕਾਲੀ ਮੰਤਰੀ ਉੱਥੇ ਆ ਕੇ ਤੇ ਉਹਨੇ ਜਿਹੜਾ ਉਹ ਬਾਦਲ ਸਾਹਿਬ ਦਰਬਾਰ ਲਾਉਂਦੇ ਹੁੰਦੇ ਸੀ, ਕੀ ਨਾਮ, ਸੰਗਤ ਦਰਸ਼ਨ ਲਾ ਲਿਆ। ਸਾਰੇ ਅਫਸਰ ਖੱਬੇ ਸੱਜੇ ਬਿਠਾ ਲਏ, ਸਿਵਲ ਦੇ ਵੀ, ਪੁਲਿਸ ਦੇ ਵੀ, ਡਾਕਟਰ ਵੀ। ਲੋਕੀ ਆਉਣ ਆਪੋ ਆਪਣੀਆਂ ਸ਼ਿਕਾਇਤਾਂ ਦੱਸੀ ਜਾਣ। ਉਸ ਵੇਲੇ ਆ ਇਹਦਾ ਕਰ, ਤੂੰ ਕਰ ਬਈ, ਤੂੰ ਫਲਾਨਿਆ ਕਰ, ਆ ਪੀਏ ਤੂੰ ਨੋਟ ਕਰ ਲਾ। ਜਦੋਂ ਸਾਰੇ ਚਲੇ ਗਏ ਤੇ ਇੱਕ ਬੁੱਢਾ ਜਿਹਾ ਜਹੇਦਾਰ ਸੀ, ਉਹਨੂੰ ਪੁੱਛਿਆ ਹਾਂ ਜਹੇਦਾਰ ਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਆਏ ਸੀ? ਕਹਿੰਦਾ ਜੀ ਮੈਂ ਤਾਂ ਕੰਮ ਤਾਂ ਨਹੀਂ ਮੈਨੂੰ ਕੋਈ ਵੀ, ਮੈਂ ਤਾਂ ਪੁੱਛਣ ਆਇਆ ਸੀ। ਕਹਿੰਦਾ ਕੀ ਪੁੱਛਣ ਆਇਆ ਸੀ? ਕਹਿੰਦਾ ਮੈਂ ਪੁੱਛਣ ਆਇਆ ਸਾਂ ਹੁਣ ਪੰਥ ਨੇ ਮੋਰਚਾ ਕਦੋਂ ਲਾਉਣਾ ਜੀ? ਤੇ ਕਹਿੰਦਾ ਮੋਰਚਾ ਲਾਉਣ ਦੀ ਹੁਣ ਕੀ ਲੋੜ ਹੈ? ਕਿਉਂ ਹੁਣ ਕਿਉਂ ਨਹੀਂ ਲੋੜ, ਅੱਗੇ ਆਪਾਂ ਜਾਂਦੇ ਨਹੀਂ ਜੇਲ੍ਹ ਨੂੰ। ਕਹਿੰਦਾ ਹੁਣ ਆਪਣੀ ਸਰਕਾਰ ਬਣ ਗਈ ਹੈ, ਜਦੋਂ ਆਪਣੀ ਸਰਕਾਰ ਬਣ ਜਾਏ ਤੇ ਫਿਰ ਮੋਰਚੇ ਨਹੀਂ ਲਾਈਦੇ। ਤੇ ਜਹੇਦਾਰ ਕਹਿੰਦਾ ਤੇ ਸਰਕਾਰ ਕਦੋਂ ਕੁ ਟੁੱਟਣੀ ਹੈ? ਕਿਉਂਕਿ ਉਹਨੂੰ ਤੇ ਅਸੀਂ ਮੋਰਚਾ ਲੱਗੇ ਜੇਲ੍ਹ ਚਲੀਏ। ਇਹਨੇ ਆਖਿਆ ਜੀ ਹੁਣ ਆਪਣੀ ਸਰਕਾਰ ਬਣ ਗਈ ਹੈ ਜੀ। ਤੇ ਉਹ ਕਹਿੰਦਾ ਜੀ ਸਰਕਾਰ ਕਦੋਂ ਕੁ ਟੁੱਟਣੀ ਹੈ? ਹੁਣ ਇਹ ਸੱਚੀ ਗੱਲ ਹੈ ਕਿ ਜਿਹੜੇ ਬਾਹਰ ਮੋਰਚੇ ਲਾਉਂਦੇ ਸਰਕਾਰ ਜਾ ਕੇ ਮੋਰਚੇ ਨਹੀਂ ਲਾਉਂਦੇ, ਜਿਹੜੇ ਬਾਹਰ ਵਿਰੋਧ ਕਰਦੇ ਉੱਥੇ ਜਾ ਕੇ ਨਹੀਂ ਕਰਦੇ। ਕਾਂਗਰਸੀਆਂ ਨੇ ਉਦੋਂ ਆ ਕੰਟਰੈਕਟ ਫਾਰਮਿੰਗ ਤੇ ਦੂਸਰੇ ਤੀਸਰੇ ਦੇ ਪੱਖ ਵਿੱਚ ਜੋ ਪਾਰਲੀਮੈਂਟ 'ਚ ਕਿਹਾ ਸੀ ਜੀ, ਅੱਜ ਕਾਂਗਰਸੀ ਉਹਦਾ ਵਿਰੋਧ ਕਰਦੇ ਪਏ। ਉਹੀ ਕਾਂਗਰਸੀ ਵੀਡੀਓ ਕਪਿਲ ਸਿੱਬਲ ਕੋਈ ਹੋਵੇ, ਹਾਂ ਜਿੰਨੇ ਸੀ ਇਹ ਜਿਹੜੀਆਂ ਗੱਲਾਂ ਦਾ ਉਦੋਂ ਉੱਥੇ ਪੱਖ ਵਿੱਚ ਪਾਰਲੀਮੈਂਟ 'ਚ ਬੋਲਦੇ ਰਹੇ, ਉੱਚੀਆਂ ਉੱਚੀਆਂ ਟਾਰਾਂ ਮਾਰਦੇ ਸੀ, ਅੱਜ ਉਹਦਾ ਵਿਰੋਧ ਕਰਦੇ ਪਏ। ਤੇ ਜਿਹੜੇ ਉਦੋਂ ਵਿਰੋਧ ਕਰਦੇ ਸਨ ਉਹ ਅੱਜ ਉਹਨੂੰ ਪਾਸ ਕਰਾਉਂਦੇ ਪਏ ਨੇ। ਇਹਦਾ ਮਤਲਬ ਕੁਰਸੀਆਂ ਇੱਕ ਦੂਸਰੇ ਨਾਲ ਬਦਲ ਲਓ। ਉਹ ਜਿਹੜਾ ਗੁਰਸ਼ਰਨ ਸਿੰਘ ਨਾਟਕਕਾਰ ਨੇ ਬਣਾਇਆ ਸੀ ਕੁਰਸੀ ਮੋਰਚਾ ਤੇ ਹਵਾ 'ਚ ਲਟਕੇ ਲੋਕ, ਉਹ 'ਚ ਅਕਾਲੀ ਤੇ ਕਾਂਗਰਸੀ ਇਹੋ ਕਰਦੇ ਸੀ ਨਾ ਕਿ ਚੱਲ ਯਾਰ ਮੇਰੇ ਖਿਲਾਫ ਹੁਣ ਲੋਕ ਆ ਗਏ ਆ, ਤੂੰ ਸਰਕਾਰ ਬਣਾ ਲਾ ਤੇ ਮੈਂ ਮੋਰਚਾ ਲਾ ਦੂੰਗਾ, ਐ ਵਾਰੀ ਵਾਰੀ ਕਰਦੇ ਸੀ। ਉਹੀ ਕਾਂਗਰਸੀ ਤੇ ਅਕਾਲੀ ਵਾਲਾ ਹਿਸਾਬ ਕੇਂਦਰ ਵਿੱਚ ਵੀ ਕਾਂਗਰਸੀ ਤੇ ਭਾਜਪਾ ਦਾ, ਜਿਹੜੀਆਂ ਗੱਲਾਂ ਕਾਂਗਰਸੀ ਕਹਿੰਦੇ ਸੀ ਹੁਣ ਭਾਜਪਾ ਕਹਿੰਦੀ, ਜੋ ਭਾਜਪਾ ਕਹਿੰਦੀ ਸੀ ਹੁਣ ਕਾਂਗਰਸੀ ਕਹਿੰਦੇ। ਅਜਮਲ ਸਾਹਿਬ ਜਿਹੜਾ ਐਤਕੀ ਮੌਨਸੂਨ ਸੈਸ਼ਨ ਸੀਗਾ ਉਹਨੂੰ ਘਟਾ ਕੇ 8 ਦਿਨ, ਜੇ ਮੈਂ ਸਹੀ ਕਹਿ ਰਿਹਾ ਤਾਂ ਸ਼ਾਇਦ 8 ਦਿਨ ਕੱਟ ਦਿੱਤੇ ਤੇ 10 ਦਿਨਾਂ 'ਚ ਸਮੇਟਤਾ। ਲੋਕ ਸਭਾ ਵੀ ਹੋ ਗਈ, ਰਾਜ ਸਭਾ ਵੀ ਹੋ ਗਈ ਤੇ ਬਿੱਲ ਇੰਨੇ ਕੁ ਜਮ੍ਹਾਂ ਕਰ ਦਿੱਤੇ, ਉਹ ਵੀ ਕੁਛ ਘੰਟਿਆਂ 'ਚ ਹੀ ਪਾਸ ਕਰਤੇ। ਵੀ ਮੇਰੇ ਖਿਆਲ ਹੁਣ ਤਾਂ ਅਜੇ ਵੀ ਕਾਗਜ਼ੀ ਕਾਰਵਾਈ ਚੱਲਦੀ ਹੋਣੀ, ਵੀ ਕਾਹਲੀ ਕਾਹਲੀ ਉਦੋਂ ਯਾਰ ਪਾਸ ਹੋ ਗਿਆ, ਹੁਣ ਇੱਕ ਨਾਲ ਲਿਖ ਲਓ ਚੰਗੀ ਤਰ੍ਹਾਂ। ਇਹ ਇੰਨੀ ਕਾਹਲੀ ਇੰਨੇ ਛੋਟੇ ਸੈਸ਼ਨ ਦੇ ਵਿੱਚ ਸਾਰਾ ਕੁਛ ਕੀਤਾ ਗਿਆ, ਇਹਨੂੰ ਕਿਵੇਂ ਦੇਖਦੇ ਹੋ? ਅੱਜ ਕੱਲ੍ਹ ਰਿਕਾਰਡ ਬਣਾਉਂਦੇ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ। ਇਹ ਵੀ ਰਿਕਾਰਡ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੰਨੀਆਂ ਹਵਾਈ ਯਾਤਰਾ ਕੀਤੀਆਂ ਜਿੰਨੀਆਂ ਕਦੇ ਨੇ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਕਿਸੇ ਨੇ ਕੀਤੀਆਂ ਨਹੀਂ ਜੀ। ਇਹ ਵੀ ਜੀ ਪ੍ਰਧਾਨ ਮੰਤਰੀ ਸਾਹਿਬ ਇੰਨੇ ਦੇਸ਼ਾਂ 'ਚ ਗਏ ਜਿੰਨੇ ਦੇਸ਼ਾਂ 'ਚ ਕਦੇ ਕੋਈ ਪ੍ਰਧਾਨ ਮੰਤਰੀ ਗਿਆ ਹੀ ਨਹੀਂ। ਉਹਨਾਂ ਨੇ ਜਿੱਥੇ ਜਾਣਾ ਹੁੰਦਾ ਉਹਦੇ ਵਾਸਤੇ ਵੀ ਹਰ ਵਾਰੀ ਰਿਕਾਰਡ ਹੁੰਦਾ। ਪ੍ਰਧਾਨ ਮੰਤਰੀ ਸਾਹਿਬ ਫਲਾਣੇ ਦੇਸ਼ 'ਚ ਗਿਆ ਜਿੱਥੇ ਅੱਜ ਤੱਕ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਗਿਆ ਨਹੀਂ, ਤੇ ਜੇ ਗਿਆ ਵੀ ਹੋਵੇ ਤੇ ਫਿਰ ਦੂਸਰੀ ਖਬਰ ਆ ਜਾਂਦੀ ਹੈ ਪ੍ਰਧਾਨ ਮੰਤਰੀ ਉੱਥੇ ਗਿਆ ਜਿੱਥੇ ਪਿਛਲੇ 21 ਸਾਲਾਂ ਤੋਂ ਕੋਈ ਪ੍ਰਧਾਨ ਮੰਤਰੀ ਨਹੀਂ ਗਿਆ। ਉੱਥੇ ਹਰ ਸਾਲ ਗੇੜਾ ਮਾਰਨਾ ਜ਼ਰੂਰੀ ਹੁੰਦਾ ਸੀ ਜੀ, ਪਰ ਉਹ ਇੱਦਾਂ ਦੇ ਰਿਕਾਰਡ ਬਣ ਗਿੱਜੇ ਨੇ। ਅੱਜ ਕੱਲ੍ਹ ਹੁਣ ਰਿਕਾਰਡ ਪਾਰਲੀਮੈਂਟ 'ਚ ਬਣ ਰਹੇ ਨੇ। ਰਿਕਾਰਡ ਬਣ ਗਿਆ ਜੀ, ਇੱਕੋ ਸੈਸ਼ਨ 'ਚ ਇੰਨੇ ਬਿੱਲ ਪਾਸ ਕਰਤੇ ਜੀ। ਅਗਲੀ ਵਾਰੀ ਵੀ ਇੱਦਾਂ ਹੀ ਕਰਿਓ, ਆਪੋਜੀਸ਼ਨ ਨੂੰ ਬਾਹਰ ਕੱਢ ਦਿਓ, ਅੰਦਰ ਬੈਠੇ ਪਾਸ ਕਰੀ ਜਾਓ, ਇਹ ਤਾਂ ਦੁੱਗਣੇ ਕਰ ਲਓਗੇ। ਅੱਜ ਅਸੀਂ ਕੱਲ੍ਹ ਹੀ ਵੇਖੀਆਂ ਸੀ ਤਸਵੀਰਾਂ ਜੀ 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 8 ਕੇ 10 ਬੰਦੇ ਬੈਠੇ 250 ਵਾਲੀ ਰਾਜ ਸਭਾ ਦੇ ਵਿੱਚ, 8 ਜਾਂ 10 ਬੰਦੇ ਬੈਠੇ ਆ ਤੇ ਬਿੱਲ ਪਾਸ ਕੀਤੇ ਜਾ ਰਹੇ ਆ। ਕਹਿੰਦੇ ਜੀ 3 ਘੰਟਿਆਂ 'ਚ 7 ਬਿੱਲ ਪਾਸ ਕਰਤੇ। ਮੈਂ ਕਹਿੰਦਾ ਜਦੋਂ ਇੱਦਾਂ ਹੀ ਪਾਸ ਕਰਾਉਣੇ ਹੋਣ, ਸਾਹਮਣੇ ਬੈਠਾ ਹੀ ਕੋਈ ਨਹੀਂ ਚੈਲੰਜ ਕਰਨ ਵਾਲਾ, ਤੇ ਫਿਰ ਤੇ ਹਾਈਵੇ ਦੇ ਉੱਤੇ ਮਰੂਤੀ ਕਾਰ ਚੱਲਦੀ ਪਈ, ਗੇਅਰ ਬਦਲਣ ਦੀ ਲੋੜ ਹੀ ਨਹੀਂ। ਤੁਸੀਂ 3 ਘੰਟੇ ਕਰਨ ਲਾਤੇ 7 ਬਿੱਲਾਂ ਤੇ ਜੀ, ਤੁਸੀਂ 3 ਮਿੰਟਾਂ 'ਚ ਵੀ ਕਹਿ ਸਕਦੇ ਬਿੱਲ ਆਇਆ ਪਾਸ ਹੈ, ਉਹਨੇ ਕਹਿਣਾ ਪਾਸ ਹੈ। ਬੰਦੇ ਤੇ ਆਪਣੇ ਹੈ ਜੀ, ਦੂਸਰਾ ਤੇ ਹੈ ਕੋਈ ਨਹੀਂ। ਇਹ ਵੀ ਫਾਲਤੂ ਟਾਈਮ ਲਾਇਆ ਗਿਆ, ਵੀ ਨਹੀਂ ਲਾਉਣ ਦੀ ਲੋੜ, ਸਮਾਂ ਬਚ ਸਕਦਾ ਸੀ, ਉਹ ਕਿਸੇ ਹੋਰ ਕੰਮ ਰਾਜਨੀਤੀ ਆ ਸਕਦਾ। ਇਹਦੇ ਵਿੱਚੋਂ ਜੇ ਪਾਰਲੀਮੈਂਟ ਬਾਕੀ ਦੀ 8 ਦਿਨ ਵੀ ਹੁੰਦੀ ਤੇ ਕਰਨਾ ਕੀ ਸੀ? ਹੁਣ ਜਿਹੜੇ ਮੋਟੇ ਮੋਟੇ ਕੰਮ ਕਰਨੇ ਸੀ ਕਰ ਲਏ ਜੀ। ਕਰੋਨਾ ਦੇ ਵਿੱਚ ਮੁਲਕ ਫਸਿਆ ਪਿਆ, ਜਦੋਂ ਸਾਰਾ ਦੇਸ਼ ਤਰਾਹ ਕਰਦਾ ਪਿਆ, ਉਸ ਵਕਤ ਕਿਸਾਨ ਦੇ ਗਿੱਟਿਆਂ ਤੇ ਉੱਤੇ ਘੋੜਾ ਗੰਡਾਸਾ ਮਾਰਨ ਵਾਲੀ ਗੱਲ ਜਿਹੜੀ ਕੀਤੀ ਹੈ ਜੀ, ਇਹ ਇਸ ਵੇਲੇ ਕਰਨ ਵਾਲੀ ਸੀ। ਕੋਈ ਮੌਕਾ ਵੇਖਣਾ ਚਾਹੀਦਾ ਸੀ, ਬਿਲਕੁਲ ਕੋਈ ਹੋਰ ਮੌਕਾ ਹੁੰਦਾ
ਐਜੀਟੇਸ਼ਨਾਂ ਵਾਸਤੇ ਕਿਸਾਨਾਂ ਕੋਲ ਵੀ ਟਾਈਮ ਹੁੰਦਾ, ਉਹਦੀ ਗੱਲ ਹੋਰ ਸੀ। ਇਸ ਮੌਕੇ ਤੇ ਵੇਖ ਕੇ ਕਿ ਸਾਰਾ ਦੇਸ਼ ਫਸਿਆ ਪਿਆ, ਉਦੋਂ ਹੀ ਵਾਰ ਕੀਤਾ ਗਿਆ, ਗਲਤ ਕੀਤਾ ਗਿਆ। ਪੰਜਾਬ ਵਾਲੇ ਪਾਸੇ ਆਈਏ ਪਨੂ ਸਾਹਿਬ, ਤੇ ਪੰਜਾਬ ਦੇ ਵਿੱਚ ਸੁਮੇਧ ਸਿੰਘ ਸੈਣੀ ਹੋਰਾਂ ਦਾ ਕੇਸ ਇੱਕਦਮ ਲਾਈਮਲਾਈਟ 'ਚ ਆਉਂਦਾ, ਉਸ ਤੋਂ ਬਾਅਦ ਠੰਡਾ ਪੈ ਜਾਂਦਾ। ਹੁਣ ਇੱਕ ਵਾਰ ਫਿਰ ਤੋਂ ਲਾਈਮਲਾਈਟ 'ਚ ਇਸ ਕਰਕੇ ਆ ਗਿਆ ਕਿ ਮਟੌਰ ਥਾਣੇ ਪੇਸ਼ੀ ਸੀ ਉਹਨਾਂ ਦੀ, ਉੱਥੇ ਉਹ ਪਹੁੰਚੇ ਨਹੀਂ, ਪਰ ਵਕੀਲ ਸਾਹਿਬ ਹਾਈ ਕੋਰਟੋਂ ਉਹਨਾਂ ਦੀ ਇਹ ਵਾਲੀ ਰਿਆਇਤ ਹੋਰ ਲੈ ਆਏ ਆ ਕਿ ਵੀ ਹੁਣ ਤੱਕ ਉਹਨਾਂ ਦੇ ਕਰੀਅਰ 'ਚ ਜਿੰਨੇ ਵੀ ਕੇਸ ਚੱਲਦੇ ਆ, ਕਿਸੇ ਵੀ ਕੇਸ 'ਚ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ, ਜੇ ਕਰਨਾ ਤੇ 7 ਦਿਨ ਪਹਿਲਾਂ ਦਾ ਨੋਟਿਸ ਦਿਓ। ਇਹ ਦੁਬਾਰਾ ਤੋਂ ਇੱਕ ਵਾਰ ਕਿਹਾ ਜਾਂਦਾ ਕਿ ਸ਼ਾਇਦ 2018 'ਚ ਵੀ ਇਹ ਛੋਟ ਸੀਗੀ ਤੇ ਹੁਣ ਗਾਂਹ ਬਹਾਲ ਹੋ ਗਈ ਹੈ। ਇੱਕ ਅੰਤਰਿਮ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ ਸੁਪਰੀਮ ਕੋਰਟ ਵੱਲੋਂ। ਇਹਨਾਂ ਛੋਟਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਮੁੜ ਕੇ ਐਡਵੋਕੇਟ ਜਨਰਲ ਦਫ਼ਤਰ ਬਾਰੇ ਗੱਲਾਂ ਕਰਦਾ, ਚੰਗਾ ਨਹੀਂ ਲੱਗਦਾ ਜੀ। ਬਹੁਤ ਰੌਲਾ ਪੈ ਰਿਹਾ। ਜਦੋਂ 2 ਸਾਲ ਪਹਿਲਾਂ ਬਰਗਾੜੀ ਵਾਲੇ ਕੇਸ, ਬਹਿਬਲ ਕਲਾਮ ਵਾਲੇ 'ਚ ਸੁਮੇਧ ਸਿੰਘ ਸੈਣੀ ਦਾ ਨਾਂ ਆਇਆ ਜੀ, ਅਦਾਲਤ ਵਿੱਚ ਗਿਆ, ਉੱਥੇ ਕਿਸੇ ਵਿਰੋਧ ਨਹੀਂ ਕੀਤਾ, ਉਹਨੂੰ ਇੱਕ ਬਲੈਂਕਟ ਬੇਲ ਮਿਲ ਗਈ। ਐਡਵੋਕੇਟ ਜਨਰਲ ਦੇ ਦਫ਼ਤਰ ਵਾਲਿਆਂ ਨੇ, ਕਿਸੇ ਵਕੀਲ ਨੇ ਜਾ ਕੇ ਵਿਰੋਧ ਨਹੀਂ ਕੀਤਾ ਜੀ। ਉਹ ਮਿਲ ਜਾਣ ਤੋਂ ਬਾਅਦ ਹੁਣ 2 ਸਾਲ ਲੰਘ ਗਏ ਆ, ਬਾਅਦ ਵਿੱਚ ਕਿਸੇ ਨੇ ਉਹ ਬਲੈਂਕਟ ਬੇਲ ਕੇਸ ਕੈਂਸਲ ਕਰਾਉਣ ਵਾਸਤੇ ਅਰਜੀ ਤੱਕ ਨਹੀਂ ਦਿੱਤੀ ਜੀ। ਐਡਵੋਕੇਟ ਜਨਰਲ ਸਾਹਿਬ ਆਪ ਗਏ ਨਹੀਂ, ਆਪਣੇ ਜੂਨੀਅਰਸ ਨੂੰ ਭੇਜ ਦਿੰਦੇ। ਉੱਥੇ ਤਰੀਕ ਪੇਸ਼ੀ ਦੇ ਉੱਤੇ ਜਿਨ੍ਹਾਂ ਨੂੰ ਬਲੈਂਕਟ ਬੇਲ ਮਿਲੀ ਆ ਜੀ, ਉਹਨਾਂ ਦਾ ਵਕੀਲ ਤੇ ਕਹਿ ਸਕਦਾ ਕਿ ਸਰਕਾਰ ਨੇ ਜੋ ਆਖਿਆ ਜੀ ਆਖਤਾ, ਸਾਨੂੰ ਵਿਚਾਰ ਕਰਨ ਵਾਸਤੇ ਤਰੀਕ ਦਿੱਤੀ ਜਾਵੇ। ਕਮਾਲ ਦੀ ਗੱਲ ਇਹ ਹੈ ਕਿ ਸੁਮੇਧ ਸੈਣੀ ਦੀਆਂ ਪੇਸ਼ੀਆਂ ਦੇ ਉੱਤੇ ਜਦੋਂ ਜਾਂਦੇ ਆ, ਉਹ ਨਹੀਂ ਤਰੀਕ ਮੰਗਦੇ। ਸਰਕਾਰ ਦਾ ਕੋਈ ਵਕੀਲ ਜਾਂਦਾ ਜਾਂ ਕੋਈ ਬੀਬੀ ਵਕੀਲ ਜਾਂਦੀ ਹੈ, ਉਹ ਜਾ ਕੇ ਅਦਾਲਤ ਨੂੰ ਕਹਿੰਦੇ ਮਿਲਾਡ ਸਾਨੂੰ ਨਵੀਂ ਤਰੀਕ ਦੇ ਦਿੱਤੀ ਜਾਵੇ, ਤੇ ਲੈ ਕੇ ਆ ਜਾਂਦੇ ਆ। ਤੇ ਸੁਮੇਧ ਸੈਣੀ ਨੂੰ ਹੋਰ ਕੀ ਚਾਹੀਦਾ ਸੀ? ਇੱਥੋਂ ਉਹਦੀ ਉਸ ਮਟੌਰ ਵਾਲੇ ਕੇਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਵਾਲੇ 'ਚ ਇੱਥੇ ਜ਼ਮਾਨਤ ਨਹੀਂ ਸੀ ਜੀ, ਉਹ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ 15 ਦਿਨ ਇਹਨੂੰ ਕੋਈ ਹੱਥ ਨਹੀਂ ਪਾਵੇਗਾ, ਤੇ ਇਹ ਪਰ ਜਾਂਚ ਵਿੱਚ ਸਹਿਯੋਗ ਕਰੇਗਾ ਜੀ। ਉਹ ਜਾਂਚ ਵਿੱਚੋਂ ਪੇਸ਼ ਨਹੀਂ ਹੋਇਆ। ਇਹਨਾਂ ਨੇ ਉਹਨੂੰ ਸਮਨ ਘੱਲ ਦਿੱਤੇ। ਉਹਦੇ ਦੌਰਾਨ ਉਹਦੇ ਵਕੀਲ ਨੇ ਇੱਕ ਅਰਜੀ ਲਾਤੀ ਹਾਈ ਕੋਰਟ 'ਚ, ਇਹ ਤਾਂ ਜੀ ਫਲਾਣੀਆਂ ਕਿਹੜਾਂ ਕੱਢਦੇ ਪਏ ਨੇ, ਸਿਆਸੀ ਕਿਹੜਾ ਨੇ, ਇਹ ਆ ਉਹ। ਤੇ ਉਹਨੇ ਇੱਕ ਉੱਕੀ ਪੁੱਕੀ ਸਾਰੀ ਸਰਵਿਸ ਦੇ ਦੌਰਾਨ ਹੁਣ ਤੱਕ ਜੋ ਕੁਝ ਪਿਛਲੇ 35-40 ਸਾਲਾਂ 'ਚ ਕੀਤਾ, ਸਾਰੇ ਵਾਸਤੇ ਉਹਨੇ ਆਖਿਆ ਜੀ ਸਾਰੇ ਸਰਵਿਸ ਰਿਕਾਰਡ ਦੇ ਵਿੱਚ ਕੋਈ ਵੀ ਗੱਲ ਨਿਕਲੇ ਕਿਸੇ ਵੀ ਕਿਸਮ ਦੀ, ਤੇ ਜੇ ਇਹਦੀ ਗ੍ਰਿਫਤਾਰੀ ਕਰਨ ਦੀ ਲੋੜ ਪਵੇ ਤੇ ਪੁਲਿਸ ਨੋਟਿਸ ਦੇਵੇਗੀ। ਯਾਨੀ ਹੁਣ ਨਾ ਇਹ ਬਰਗਾੜੀ ਵਾਲੇ ਕੇਸ ਵਿੱਚ ਉਹਨੂੰ ਫੜ ਸਕਦੇ, ਨਾ ਮੁਲਤਾਨੀ ਵਾਲੇ ਕੇਸ ਵਿੱਚ, ਨਾ ਲੁਧਿਆਣੇ ਵਾਲੇ 'ਚ। ਇਹ ਸਾਰਾ ਉੱਕਾ ਪੁੱਕਾ ਆਰਡਰ ਉਹਦੇ ਹੱਕ ਵਿੱਚ ਹਾਈ ਕੋਰਟ 'ਚੋਂ ਇਸ ਕਰਕੇ ਹੋ ਗਿਆ ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਦਫ਼ਤਰ ਹੈ ਜੀ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਆਪਰੇਟ ਕਰਦਾ ਪਿਆ। ਜੇ ਕਰਦਾ ਤੇ ਕਰੇ। ਹੁਣ ਇਹਦੇ 'ਚੋਂ ਫਿਰ ਬਾਹਰ ਦੇ ਲੋਕਾਂ ਵਿੱਚ ਕੀ ਪ੍ਰਭਾਵ ਜਾਵੇਗਾ? ਉੱਥੇ ਕਿਸੇ ਨੂੰ ਨਹੀਂ ਪਤਾ ਐਡਵੋਕੇਟ ਜਨਰਲ ਕੌਣ ਹੁੰਦਾ, ਕੋਈ ਨਹੀਂ ਪਤਾ ਬਾਕੀ ਵਕੀਲ ਕੀ ਕਰਦੇ। ਉਹਨਾਂ ਨੂੰ ਇਹ ਜਾਪਦਾ ਹੁੰਦਾ ਕਿ ਸਰਕਾਰ ਸ਼ਾਇਦ ਦੇ ਰਹੀ ਹੈ, ਸਰਕਾਰ ਰਾਹ ਦੇ ਰਹੀ ਹੈ। ਇਹ ਲੜਨ ਫੌਜਾਂ ਨਾ ਸਰਦਾਰਾਂ ਦੇ, ਤੇ ਜੇ ਫੌਜਾਂ ਕੋਈ ਕੁਤਾਹੀ ਕਰਨ ਤੇ ਉਹ ਵੀ ਜ਼ਿੰਮੇਵਾਰੀ ਸਰਦਾਰ ਦੇ ਜਾਂ ਸਰਕਾਰ ਦੇ ਸਿਰ ਪੈਂਦੀ ਹੁੰਦੀ ਹੈ। ਜੀ ਜੀ। ਇਹ ਤਾਂ ਸਰਕਾਰ ਦੇ ਮੁੱਖ ਮੰਤਰੀ ਨੂੰ ਵੇਖਣਾ ਚਾਹੀਦਾ ਕਿ ਇਹ ਕੀ ਹੋਈ ਜਾ ਰਿਹਾ। ਆ ਪਿਛਲੀ ਸਰਕਾਰ ਸੀਗੀ, ਪਾਣੀਆਂ ਦਾ ਕੇਸ ਲੜਨ ਵਾਸਤੇ ਇਹਨਾਂ ਨੇ ਇਹੋ ਜਿਹੇ ਵਕੀਲ ਨੂੰ ਦੇ ਦਿੱਤਾ ਜਿਹੜਾ ਪਾਣੀਆਂ ਦਾ ਕੇਸ ਪੰਜਾਬ ਦੇ ਖਿਲਾਫ ਜਿੱਤ ਕੇ ਹਰਿਆਣੇ ਨੂੰ ਦੇ ਕੇ ਆਇਆ ਸੀ, ਤੇ ਉਹ ਜਿਹੜੀ ਸੀ ਗੱਲ, ਉਹਦਾ ਜੋ ਅਸਰ ਪਿਆ ਸੀ। ਹੁਣ ਇਸ ਕੇਸ ਦੇ ਵਿੱਚ ਜੇ ਪੰਜਾਬ ਦਾ ਐਡਵੋਕੇਟ ਜਨਰਲ ਦਫ਼ਤਰ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਪੰਜਾਬ ਸਰਕਾਰ ਦੇ ਕੇਸਾਂ ਵਾਸਤੇ ਉੱਥੇ ਜਾ ਕੇ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋ ਰਿਹਾ, ਉਹਦਾ ਕੋਈ ਜੂਨੀਅਰ ਵੀ ਨਹੀਂ ਜਾ ਰਿਹਾ, ਜਾਂਦੇ ਆ ਤੇ ਤਰੀਕ ਲਿਖ ਕੇ ਆ ਜਾਂਦੇ ਆ ਜੀ ਜੀ। ਤੇ ਇਹਦੋਂ ਬਾਅਦ ਸਿੱਟਾ ਹੋਰ ਫਿਰ ਕੀ ਨਿਕਲਣਾ ਸੀ? ਠੀਕ ਆ, ਜਿਹੜੀ ਬਰਗਾੜੀ ਵਾਲੀ ਬਹਿਬਲ ਕਲਾਮ ਵਾਲੀ SIT ਹੈ, ਵਿਸ਼ੇਸ਼ ਜਾਂਚ ਟੀਮ, ਉਹ ਵੀ ਫਿਰ ਫਾਈਲਾਂ ਠੱਪ ਕੇ ਬਹਿ ਜਾਏਗੀ ਕਿ ਸਰਕਾਰ ਕੋਆਪਰੇਟ ਨਹੀਂ ਕਰਦੀ। ਬਿਲਕੁਲ। ਬਲਵੰਤ ਸਿੰਘ ਮੁਲਤਾਨੀ ਦਾ ਕੇਸ ਹੈ, ਹੋਰ ਕੁਛ ਨਹੀਂ, ਮੁਲਤਾਨੀ ਕੇਸ ਦਾ ਜਿਹੜਾ ਪੀੜਤਾਂ ਦਾ ਵਕੀਲ ਸੀ ਉਸ ਨੂੰ ਪੁੱਛ ਲੈਂਦੇ, ਉਹਨੂੰ ਵੀ ਨਹੀਂ ਪੁੱਛਿਆ ਗਿਆ ਜੀ, ਬਿਲਕੁਲ ਨਹੀਂ ਪੁੱਛਿਆ ਕਿਸੇ ਨੇ। ਇਸੇ ਤਰ੍ਹਾਂ ਹੀ ਜੇ ਉੱਕਾ ਪੁੱਕਾ ਸਾਰੀ ਸਰਵਿਸ ਦੀ ਉਹਨੂੰ ਇਸ ਤਰ੍ਹਾਂ ਦੀ ਬੇਲ ਦੇਣੀ ਹੈ ਤੇ ਫਿਰ ਲੁਧਿਆਣੇ ਦਾ ਕੇਸ ਵੀ ਚੱਲਦਾ ਸੀ, ਉਹਦੇ ਵਕੀਲਾਂ ਨੂੰ ਪੁੱਛ ਲਿਆ ਜਾਂਦਾ, ਪੀੜਤ ਧਿਰ ਨੂੰ ਪੁੱਛ ਲਿਆ ਜਾਂਦਾ। ਉਹ ਸਾਰੇ ਵਾਸਤੇ ਜਿਸ ਤਰ੍ਹਾਂ ਉੱਕੀ ਪੁੱਕੀ ਖੁੱਲ੍ਹ ਦੇ ਦਿੱਤੀ ਗਈ, ਜਿੱਡੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਬਾਹਰ ਪ੍ਰਭਾਵ ਇਹ ਹੈ ਕਿ ਅੰਦਰੋਂ ਐਡਮਿਨਿਸਟ੍ਰੇਸ਼ਨ 'ਚੋਂ ਕੁਛ ਲੋਕ ਉਹਦੀ ਮਦਦ ਕਰਦੇ ਪਏ। ਠੀਕ ਹੈ, ਜੋ ਕੁਛ ਹੋ ਰਿਹਾ ਇਹਦੇ ਬਾਅਦ ਹੋਰ ਕੁਝ ਨਹੀਂ ਹੋ ਸਕਦਾ ਜੀ। ਮਤਲਬ ਇੱਕ ਵਿਜੀਲੈਂਸ ਕਮਿਸ਼ਨ ਪੰਜਾਬ ਸਰਕਾਰ ਨੇ ਬਣਾਇਆ ਜੀ, ਜੇ ਵਿਜੀਲੈਂਸ ਡਿਪਾਰਟਮੈਂਟ ਹੈਗਾ ਤੇ ਕਮਿਸ਼ਨ ਦੀ ਲੋੜ ਜ਼ਰੂਰਤ ਤੇ ਗਾਂ ਕੰਮ, ਇਹਨੂੰ ਕਿਵੇਂ ਦੇਖਦੇ? ਦੇਖੋ, ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਉਹ ਇਸ ਗੱਲ ਵਾਸਤੇ ਹੈ ਕਿ ਗੁਰਪ੍ਰੀਤ ਸੰਧਾਵਾਲੀਆ ਇੰਤਕਾਲ ਕਰਾਉਣ ਗਿਆ ਜੀ, ਪਟਵਾਰੀ ਤੇ ਤਹਿਸੀਲਦਾਰ ਨੇ ਪੈਸੇ ਮੰਗੇ, ਜਾ ਕੇ ਵਿਜੀਲੈਂਸ ਨੂੰ ਆਖਿਆ ਜੀ ਪੈਸੇ ਮੰਗਦੇ। ਗੁਰਪ੍ਰੀਤ ਸੰਧਾਵਾਲੀਆ ਹਸਪਤਾਲ 'ਚ ਇਲਾਜ ਕਰਾਉਣ ਗਿਆ, ਉਹਨਾਂ ਪੈਸੇ ਮੰਗੇ, ਜਾ ਕੇ ਵਿਜੀਲੈਂਸ ਨੂੰ ਆਖਿਆ, ਵਿਜੀਲੈਂਸ ਵਾਲੇ ਨੋਟਾਂ ਤੇ ਰੰਗ ਲਾ ਕੇ ਦੇ ਦਿੰਦੇ ਆ, ਤੁਸੀਂ ਜਾ ਕੇ ਪੈਸੇ ਦਿਓ ਤੇ ਫੜ ਲੈਂਦੇ ਆ। ਵਿਜੀਲੈਂਸ ਡਿਪਾਰਟਮੈਂਟ ਆ ਹੁੰਦਾ।
ਉਹਨਾਂ ਕੋਲ ਸ਼ਿਕਾਇਤ ਚਲੀ ਗਈ, ਉਹਦੀ ਪੜਤਾਲ ਕਰਦੀ। ਵਿਜੀਲੈਂਸ ਕਮਿਸ਼ਨ ਜਿਹੜਾ ਉਹ ਇੱਕ ਪੱਕੀ ਅੱਖ, ਯਾਨੀ ਜਿੱਦਾਂ CCTV ਕੈਮਰਾ ਹੁੰਦਾ, ਜੀ ਜੀ, ਉਹ ਪੱਕਾ ਕੈਮਰਾ ਘੁੰਮਣ ਵਾਲਾ ਲਾਤਾ। ਉਹ ਕਦੇ ਸੜਕਾਂ ਵਾਲੇ ਮਹਿਕਮੇ ਨੂੰ ਚੈੱਕ ਕਰੇਗਾ ਕਿ ਇੱਥੇ ਸਭ ਠੀਕ ਹੋ ਰਿਹਾ ਜੀ, ਕਦੇ ਬਿਜਲੀ ਮਹਿਕਮੇ ਨੂੰ, ਕਦੇ ਡਾਕਟਰਾਂ ਵਾਲੇ ਨੂੰ। ਤੁਸੀਂ ਕੇਂਦਰ 'ਚ ਵੇਖਿਆ, ਇੱਕ CBI ਹੈ ਜੀ, ਉਹਦੇ ਕੋਲ ਕੇਸ ਜਾਂਦੇ ਆ, ਸ਼ਿਕਾਇਤਾਂ ਜਾਂਦੀਆਂ, ਉਹਨੂੰ ਪਤਾ ਲੱਗਦਾ ਫਲਾਣਾ ਭ੍ਰਿਸ਼ਟਾਚਾਰ ਕਰ ਰਿਹਾ। ਜਿੱਦਾਂ ਪੰਜਾਬ ਦੀ ਵਿਜੀਲੈਂਸ ਫੜਦੀ, ਉਸੇ ਤਰ੍ਹਾਂ ਹੀ CBI ਫੜਦੀ ਹੈ, ਵੱਡੇ ਵੱਡੇ ਰੇਡ ਕਰਦੀ ਹੈ। ਪਰ ਉਹਦੇ ਉੱਤੇ ਇੱਕ ਸੈਂਟਰਲ ਵਿਜੀਲੈਂਸ ਕਮਿਸ਼ਨ ਬਣਿਆ ਜੀ। ਵਿਜੀਲੈਂਸ ਕਮਿਸ਼ਨ ਦਾ ਕੰਮ ਇਹ ਆ ਕਿ ਉਹਨੇ ਵੇਖਣਾ ਉੱਪਰ ਖੇਤੀ ਮੰਤਰਾਲੇ 'ਚ ਕੀ ਹੋ ਰਿਹਾ, ਗੜਬੜ ਤਾਂ ਨਹੀਂ ਹੋ ਰਹੀ, ਵਿਦੇਸ਼ ਮੰਤਰਾਲੇ 'ਚ ਕੀ ਹੋ ਰਿਹਾ, ਖੁਰਾਕ ਸਪਲਾਈ 'ਚ ਕੀ ਹੋ ਰਿਹਾ, ਫੌਜਾਂ ਵਾਲੇ ਮੰਤਰਾਲੇ 'ਚ ਕੀ ਹੋ ਰਿਹਾ, ਹੋਮ ਮਿਨਿਸਟਰੀ 'ਚ ਕੀ ਹੋ ਰਿਹਾ। ਉਹ ਸਾਰਿਆਂ ਤੇ ਅੱਖ ਰੱਖਦਾ ਤੇ ਨਾਲ ਦੀ ਨਾਲ ਰਿਪੋਰਟਾਂ ਸਰਕਾਰ ਨੂੰ ਭੇਜਦਾ ਕਿ ਫਲਾਣੇ ਮਹਿਕਮੇ 'ਚ ਫਲਾਣੀ ਗੜਬੜ ਹੁੰਦੀ ਪਈ ਜੇ, ਬਚਾ ਲਓ। ਅੱਜ ਯੇਦੂਰੱਪਾ ਜਿਹੜਾ ਭਾਜਪਾ ਨੇ ਫਿਰ ਪ੍ਰਧਾਨ ਬਣਾਤਾ, ਜੀ ਜੀ, ਉੱਥੇ ਇੱਕ ਲੋਕਪਾਲ ਬਣਿਆ ਸੀ। ਲੋਕਪਾਲ ਵੀ ਇੱਕ ਕਿਸਮ ਦਾ ਵਿਜੀਲੈਂਸ ਕਮਿਸ਼ਨ ਹੀ ਹੁੰਦਾ। ਉਸ ਲੋਕਪਾਲ ਨੇ ਰਿਪੋਰਟਾਂ ਦਿੱਤੀਆਂ ਸੀ ਤੇ ਜਿਹੜਾ ਉਹ ਹੈਗਾ ਸੀ ਸੰਜੇ ਹੈਗੜੇ, ਸ਼ਾਇਦ ਸੰਤੋਸ਼ ਹੈਗੜੇ, ਜੀ ਜੀ, ਜਸਟਿਸ ਸੰਤੋਸ਼ ਹੈਗੜੇ, ਉਹ ਲੋਕਪਾਲ ਸੀ। ਉਹਦੀਆਂ ਰਿਪੋਰਟਾਂ ਤੇ ਇਸੇ ਹੀ ਜਿਹੜਾ ਯੇਦੂਰੱਪਾ, ਇਹਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਛੱਡਣੀ ਪਈ, ਜਾ ਕੇ ਜੇਲ੍ਹ ਦੀ ਦਰੀ ਤੇ ਵੀ ਸੌਣਾ ਪਿਆ ਸੀ ਤੇ ਆਪਣੇ ਭਾਂਡੇ ਜਿਹੜੇ ਜੇਲ੍ਹ ਦੇ ਵਿੱਚ ਆਪ ਧੋਣੇ ਪਏ ਸੀ। ਜੀ ਜੀ, ਇਹ ਇਸ ਤਰ੍ਹਾਂ ਦਾ ਪੰਜਾਬ ਵਿੱਚ ਵਿਜੀਲੈਂਸ ਕਮਿਸ਼ਨ ਜੇ ਬਣ ਲੱਗਾ, ਗੱਲ ਚੰਗੀ ਹੈ, ਪਰ ਚੱਲੇਗੀ ਕਿ ਨਹੀਂ। ਅੱਗੇ ਇੱਕ ਵਾਰੀ 2006 ਚ ਕੈਪਟਨ ਅਮਰਿੰਦਰ ਸਿੰਘ ਨੇ ਬਣਾਤਾ ਸੀ, ਜੀ। 2007 ਚ ਅਕਾਲੀ ਭਾਜਪਾ ਸਰਕਾਰ ਆ ਗਈ, ਇਹਨਾਂ ਨੇ ਪਹਿਲੇ ਮਹੀਨੇ ਆਉਂਦਿਆਂ ਮਤਾ ਪਾਸ ਕਰਕੇ ਵਿਜੀਲੈਂਸ ਕਮਿਸ਼ਨ ਤੋੜਤਾ ਸੀ। ਹੁਣ ਇਸ ਵਾਰੀ ਇਹ ਬਣਾ ਚੱਲੇ ਆ, ਉਦੋਂ ਸਾਲ ਰਹਿੰਦਿਆਂ ਬਣਾਇਆ ਸੀ, ਹੁਣ 1.5 ਸਾਲ ਰਹਿੰਦਿਆਂ ਬਣਾਇਆ। ਜੇ ਕੱਲ੍ਹ ਨੂੰ ਸਰਕਾਰ ਬਦਲ ਗਈ, ਨਵੀਂ ਸਰਕਾਰ ਕੀ ਕਰੇਗੀ, ਕੋਈ ਪਤਾ ਨਹੀਂ। ਬਿਲਕੁਲ ਸਮਾਂ ਕੱਢਿਆ ਤੁਸੀਂ ਪੰਨੂ ਸਾਹਿਬ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।